गुड आफ्टरनून नाइन्थ क्लास। तो ਅਸੀਂ ਅੱਜ ਤੁਹਾਡੀਆਂ ਵੀ ਵਰਕਸ਼ੀਟ ਸਟਾਰਟ ਕਰਨ ਵਾਲੇ ਹਾਂ। तो ਆਪਾਂ ਸਟਾਰਟ ਕਰਾਂਗੇ ਵਰਕਸ਼ੀਟ ਨੰਬਰ 1 ਤੋਂ, ਜੋ ਤੁਹਾਡੇ ਯੂਨਿਟ 1 ਸੰਖਿਆ ਪ੍ਰਣਾਲੀ ਨੰਬਰ ਸਿਸਟਮ ਤੇ ਬੇਸਡ ਆ, ਰਾਈਟ। ਦੇਖੋ ਜੀ, ਫਰਸਟ ਕੁਐਸਚਨ ਤੇ ਆਓ ਜੀ। ਫਰਸਟ ਕੁਐਸਚਨ ਦੇ ਵਿੱਚ ਤੁਹਾਨੂੰ ਕੀ ਕਹਿੰਦਾ ਹੋਇਆ? ਕਹਿੰਦਾ ਸੰਪੂਰਨ ਸੰਖਿਆਵਾਂ ਜਾਂ ਇੰਟੀਜਰਸ ਜਿਹੜੇ ਹੁੰਦੇ ਨਾ, ਉਹਨਾਂ ਨੂੰ ਅਸੀਂ ਕਿੱਦਾਂ ਲਿਖ ਸਕਦੇ ਹਾਂ। ਦੇਖੋ, ਕਹਿੰਦਾ ਵੀ ਸੈਂਟਰ ਦੇ ਵਿੱਚ ਉਹਨੇ ਤੁਹਾਨੂੰ ਹਿੰਟ ਦੇ ਦਿੱਤਾ ਸਿਫਰ ਦਾ, ਇੱਧਰ ਖਾਲੀ ਥਾਂ ਛੱਡਤੀ, ਇੱਧਰ ਖਾਲੀ ਥਾਂ ਛੱਡਤੀ, ਹੈਨਾ। ਦੇਖੋ, ਜਦੋਂ ਵੀ ਇੰਟੀਜਰਸ ਦੀਆਂ ਸੰਪੂਰਨ ਸੰਖਿਆਵਾਂ ਦਾ ਕੁਐਸਚਨ ਆਉਂਦਾ ਹੈ ਤੁਹਾਡੇ ਦਿਮਾਗ ਦੇ ਵਿੱਚ ਫਟਾਫਟ ਇੱਕ ਚੀਜ਼ ਬਣ ਜਾਂਦੀ ਹੈ, ਉਹ ਕੀ ਹੈ? ਨੰਬਰ ਲਾਈਨ, ਸੰਖਿਆ ਰੇਖਾ, ਜਿਹਦੇ ਸੈਂਟਰ 'ਚ 0, ਸੱਜੇ ਹੱਥ ਜਮਾ ਦੀਆਂ ਸੰਖਿਆਵਾਂ ਹੈਨਾ ਚਲਦੀਆਂ ਪਈਆਂ, ਔਰ ਖੱਬੇ ਹੱਥ ਮਾਈਨਸ ਦੀਆਂ ਸੰਖਿਆਵਾਂ। ਏਦਾਂ ਹੀ ਹੁੰਦਾ ਨਾ, ਚਲਦੀਆਂ ਜਾ ਰਹੀਆਂ। ਹੁਣ ਉਹ ਇਹੀ ਪੁੱਛਦਾ ਹੋਇਆ ਕਿ ਜੇ ਗੱਬੇ 0 ਆ, ਆਲੇ ਦੁਆਲੇ ਕੀ ਆ, ਸੱਜੇ ਹੱਥ ਕੀ ਹੈ? ਇਹਨਾਂ ਨੂੰ ਅਸੀਂ ਕੀ ਕਵਾਂਗੇ? ਇਹਨਾਂ ਨੂੰ ਅਸੀਂ ਕਵਾਂਗੇ ਧਨਾਤਮਕ ਸੰਪੂਰਨ ਸੰਖਿਆਵਾਂ। ਠੀਕ ਹੈ ਜੀ, ਧਨਾਤਮਕ ਪੂਰਾ ਸੰਪੂਰਨ ਸੰਖਿਆਵਾਂ। ਤੇ ਆਪਣੇ ਖੱਬੇ ਹੱਥ ਕੀ ਹੈ? ਇੱਥੋਂ ਦੀ ਇੱਧਰ ਕੀ ਹੈ? ਇੱਧਰ ਹੈ ਸਾਡੇ ਕੋਲੇ ऋणात्मक। ਠੀਕ ਹੈ ਜੀ, ऋणात्मक ਸੰਪੂਰਨ ਸੰਖਿਆਵਾਂ। तो ਇਹਦਾ ਮਤਲਬ ਆ ਬਲੈਂਕ ਦੇ ਵਿੱਚ ਅਸੀਂ ਕੀ ਭਰ ਦਈਏ? ਧਨਾਤਮਕ। ਇਸ ਬਲੈਂਕ ਦੇ ਵਿੱਚ ਕੀ ਭਰ ਦਈਏ ਅਸੀਂ? ऋणात्मक ਸੰਪੂਰਨ ਸੰਖਿਆਵਾਂ। ਇੰਗਲਿਸ਼ ਵਾਲੇ ਕੀ ਲਿਖਣਗੇ? ਇੰਗਲਿਸ਼ ਵਾਲੇ ਲਿਖਣਗੇ ਪੋਜ਼ਿਟਿਵ ਇੰਟੀਜਰਸ। ਠੀਕ ਹੈ ਜੀ, ਤੇ ਨਾਲ ਦੀ ਨਾਲ ਦੂਜੇ ਪਾਸੇ ਕੀ ਲਿਖਣਗੇ? ਨੈਗੇਟਿਵ ਇੰਟੀਜਰਸ। ਠੀਕ ਹੈ ਜੀ, तो बहुत ईजी आ। नैक्सट आ जाओ जी सैकेंड क्वेश्चन ते। कहंदा पिया सब तो छोटी पूर्ण संख्या केड़ी है? द स्मॉलेस्ट होल नंबर। हुण तुहानूं पता जिहड़ी पूर्ण संख्यावां कित्थों शुरू होंदियां? 0 तो, फिर 1, फिर 2, फिर 3, फिर 100 ऑन चलदियां जांदियां। तो जिहड़ी संख्या पहले नंबर ते आंदी है वो सब तो छोटी हुंदी है। सब तो छोटी केड़ी होगी? फिर 0। 0 इज द स्मॉलेस्ट होल नंबर। थर्ड क्वेश्चन ते आओ जी। देखो जी की कहंदा पिया संख्या 3 ਦਾ ਜੁੜਾਤਮਕ ਉਲਟ ਕੀ ਹੈ? ਦੇਖੋ ਫਿਲਹਾਲ ਨਾ ਜੋ ਅਸੀਂ ਛੋਟੀਆਂ ਕਲਾਸਿਸ ਦੇ ਵਿੱਚ ਪੜਿਆ ਉਹ ਤੁਹਾਨੂੰ ਪੁੱਛਦੇ ਵੇ। ਜੁੜਾਤਮਕ ਉਲਟ ਐਡੀਟਿਵ ਇਨਵਰਸ 8ਵੀਂ ਕਲਾਸ ਦੇ ਵਿੱਚ ਕੀਤਾ ਸੀ। ਜੁੜਾਤਮਕ ਉਲਟ ਦਾ ਮਤਲਬ ਕੀ ਹੁੰਦਾ? ਜਿਹੜੀ ਸੰਖਿਆ ਦਿੱਤੀ ਉਹਦਾ ਨਿਸ਼ਾਨ ਬਦਲ ਕੇ ਲਿਖ ਦਿਓ। तो 3 ਜਮਾ ਦਾ ਹੈ, ਅਸੀਂ ਕੀ ਲਿਖਾਂਗੇ? 3 ਮਾਈਨਸ ਦਾ। ਠੀਕ ਹੈ ਜੀ। ਫਿਰ ਅਗਲਾ ਕੀ ਹੈ ਤੁਹਾਡੇ ਕੋਲੇ? ਨਾਲ ਦੀ ਨਾਲ ਕੀ ਕਹਿੰਦਾ ਪਿਆ? ਨਾਲ ਦੀ ਨਾਲ ਕਹਿੰਦਾ ਪਿਆ ਤੁਹਾਡੇ ਕੋਲੇ ਕੀ ਕਰੋ? ਸੰਖਿਆ 3 ਦਾ ਗੁਣਾਤਮਕ ਉਲਟ ਲਿਖੋ। ਹੁਣ ਮਲਟੀਪਲੀਕੇਟਿਵ ਇਨਵਰਸ ਗੁਣਾਤਮਕ ਉਲਟ ਦਾ ਮਤਲਬ ਕੀ ਹੁੰਦਾ? ਦਿੱਤੀ ਹੋਈ ਸੰਖਿਆ ਨੂੰ ਉਲਟਾ ਦਿਓ। ਹੁਣ ਜੇ 3 ਹੈ, 3 ਦੇ ਬਟੇ 'ਚ ਕੁਝ ਨਹੀਂ, ਆਪਣੇ ਕੋਲੋਂ 1 ਲਿਖੀਏ, तो ਇਹਦਾ ਗੁਣਾਤਮਕ ਉਲਟ ਕੀ ਹੋ ਜਾਊਗਾ? ਇਹਦਾ ਗੁਣਾਤਮਕ ਉਲਟ ਹੋ ਜਾਊਗਾ 1/3। ਠੀਕ ਆ, ਸੌਖਾ ਹੀ ਹੈ ਨਾ। ਔਰ ਪੁਰਾਣਾ ਰਿਵਾਈਜ਼ ਹੋ ਗਿਆ। ਚੌਥਾ ਦੇਖੋ ਜੀ, a plus b into a minus b ਕੀ ਹੋਊਗਾ? ਇਹ ਹੋਊਗਾ ਤੁਹਾਡੇ ਕੋਲੇ a ਸਕੁਅਰ minus b ਸਕੁਅਰ। ਇਹ ਤਾਂ ਫਾਰਮੂਲਾ ਸੀਗਾ। ਪੰਜਵਾਂ ਕੁਐਸਚਨ ਆ ਜਾਓ। ਤੁਹਾਨੂੰ ਜੋੜ ਕਰਨਾ ਹੈ ਕੁਝ ਭਿੰਨਾਂ ਦਾ, ਕਿਤੇ ਜੋੜ ਹੈ ਕਿਤੇ ਮਾਈਨਸ ਆ। ਠੀਕ ਹੈ ਜੀ, 1/2 ਜਮਾ 1/3। ਹੁਣ ਤੁਹਾਨੂੰ ਪਤਾ ਬਟਰਫਲਾਈ ਮੈਥਡ ਦੇ ਨਾਲ ਕਰ ਸਕਦੇ ਆ, ਹੈਨਾ। ਥੱਲੇ ਕੀ ਲਿਖਦੇ ਆ ਹਮੇਸ਼ਾ? ਇਹਨਾਂ ਦੋਨਾਂ ਦਾ ਗੁਣਾ। ਇੱਥੇ ਕੀ ਲਿਖਾਂ? 3 ਗੁਣਾ 1 3। ਫਿਰ ਅੱਗੇ ਕਿਹੜਾ ਨਿਸ਼ਾਨ? ਜਮਾ। ਫਿਰ ਇੱਧਰ ਕੀ ਲਿਖਾਂ? ਇਹਨੂੰ ਇਹਦੇ ਨਾਲ ਗੁਣਾ ਕੀਤੀ, ਪਹਿਲਾਂ 3 ਨੂੰ 1 ਨਾਲ ਗੁਣਾ ਕੀਤੀ, ਫਿਰ 2 ਨੂੰ 1 ਨਾਲ ਗੁਣਾ ਕੀਤੀ, ਕਿੰਨਾ ਆ ਗਿਆ? 2। ਹੇਠਾਂ ਕੀ ਹੁੰਦਾ? ਇਹਨਾਂ ਦੋਨਾਂ ਦਾ ਗੁਣਾ। ਕਿੰਨਾ ਆ ਗਿਆ ਤੁਹਾਡੇ ਕੋਲੇ? 5/6। ਦੋਨੋਂ ਜਮਾ ਦੇ ਆ, 5 ਹੋ ਜਾਣਗੇ। ਅੱਗੇ ਆ ਜਾਓ, ਫਿਰ ਉਹੀ ਇਹਨਾਂ ਦੋਨਾਂ ਦਾ ਗੁਣਾ ਹੇਠਾਂ ਲਿਖਤਾ, ਇਹਨੂੰ ਇੱਧਰ ਗੁਣਾ ਕੀਤਾ। 3 ਗੁਣਾ -1 -3। 2 ਗੁਣਾ 1 ਵਿੱਚ ਜਮਾ ਦਾ ਨਿਸ਼ਾਨ ਹੈ 2। ਅੱਛਾ ਜੀ, -3 ਜਮਾ ਦੇ 2 ਕਿੰਨੇ ਬਣ ਗਏ? -1 ਬਟੇ 'ਚ ਕਿੰਨਾ ਆ ਗਿਆ? 6। ਅੱਗੇ ਆ ਜਾਓ ਜੀ, ਇਹਨਾਂ ਦੋਨਾਂ ਨੂੰ ਗੁਣਾ ਕਰੋ, ਕਿੰਨਾ ਆ ਗਿਆ ਤੁਹਾਡੇ ਕੋਲੇ? 6। ਇਹਨੂੰ -3, ਇਹਨੂੰ ਗੁਣਾ ਕਰਿਆ -2, ਕਿੰਨਾ ਆ ਗਿਆ? ਦੋਨਾਂ ਦੇ ਨਿਸ਼ਾਨ ਮਾਈਨਸ ਦੇ, ਉੱਤਰ ਨਾਲ ਮਾਈਨਸ ਆਊਗਾ। 3 ਜਮਾ 2 ਕਿੰਨੇ ਹੋ ਜਾਣਗੇ? 5 ਬਟੇ 'ਚ ਕਿੰਨਾ ਆ ਜਾਊਗਾ? 6। ਇਹ ਕੀ ਆ ਜਾਊਗਾ ਇਹਦਾ ਆਨਸਰ, ਰਾਈਟ। ਨੈਕਸਟ ਆ ਜਾਓ ਜੀ। ਨੈਕਸਟ ਆਉਂਦੇ ਪਏ ਅਸੀਂ ਕੁਐਸਚਨ ਨੰਬਰ ਕਿਹਦੇ ਤੇ? 6 ਤੇ। ਓਕੇ ਜੀ, ਕੁਐਸਚਨ ਨੰਬਰ 6 ਦੇ ਵਿੱਚ ਤੁਹਾਨੂੰ ਕੀ ਕਹਿੰਦਾ ਪਿਆ? -1 1/2 3/2 ਤੇ 5 ਨੂੰ ਕੀ ਕਰਨਾ? ਤੁਸੀਂ ਸੰਖਿਆ ਰੇਖਾ ਦੇ ਉੱਤੇ ਦਰਸਾਣਾ ਹੈ। ਠੀਕ ਹੈ ਜੀ। ਦੇਖੋ, ਮੈਂ -1 ਨੂੰ ਪੁਆਇੰਟ A ਲਿਖ ਦਿੰਨੀ ਹੈ, ਇਹਨੂੰ 1/2 ਨੂੰ B ਲਿਖ ਦਿੰਨੀ ਹੈ, ਇਹਨੂੰ C ਲਿਖ ਦਿੰਨੀ ਹੈ, ਇਹਨੂੰ D ਲਿਖ ਦਿੰਨੀ ਹੈ। ਇਹਦਾ ਮਤਲਬ ਜਿਹੜੀ ਥੱਲੇ ਇਹਨਾਂ ਨੇ ਨੰਬਰ ਲਾਈਨ ਬਣਾਈ ਹੋਈ ਹੈ ਨਾ, ਅਸੀਂ ਸਿਰਫ ਤੇ ਸਿਰਫ ਕੀ ਕਰਨਾ? ਅਸੀਂ ਉਹਨਾਂ ਦੇ ਉੱਤੇ ਇਹਨਾਂ ਪੁਆਇੰਟਸ ਨੂੰ ਮੈਂਸ਼ਨ ਕਰ ਦਵਾਂਗੇ। ਠੀਕ ਹੈ ਜੀ। ਆ ਜਾਓ ਫਿਰ, ਸਭ ਤੋਂ ਪਹਿਲਾਂ -1 ਕਿੱਥੇ ਪਿਆ? ਇਹ ਇੱਥੇ ਪੁਆਇੰਟ ਲਗਾ ਕੇ ਕੀ ਲਿਖ ਦਈਏ? 1/2। ਹੁਣ 1/2 ਦਾ ਮਤਲਬ ਕਿੰਨਾ ਹੁੰਦਾ? 1/2 ਨੂੰ ਅਸੀਂ ਕੀ ਲਿਖ ਸਕਦੇ ਹਾਂ? 0.5। ਹੁਣ 0.5 ਕਿਹਦੇ ਵਿੱਚ ਹੋਊਗਾ? ਜਮਾ ਹੀ 1 ਤੇ 2, 0 ਤੇ 1 ਦੇ ਗੱਬੇ ਇੱਥੇ। तो इस पॉइंट ਨੂੰ ਮੈਂ ਕੀ ਲਿਖਦਾ? A ਪੁਆਇੰਟ ਕੀ ਰਿਪਰੈਜ਼ੈਂਟ ਕਰਦਾ ਪਿਆ? B, ਜੋ ਕਿ 1/2 ਹੈ। ਅਗਲਾ ਤੁਹਾਡੇ ਕੋਲ 3/2। 3/2 ਨੂੰ ਦਸ਼ਮ ਚ ਬਦਲੋ, 1.5 ਕਿੱਥੇ ਆਂਦਾ? 1.5 1 ਤੇ 2 ਦੇ ਬਿਲਕੁਲ ਕਿੱਥੇ ਆਂਦਾ ਹੈ?
ਗੱਬੇ ਆਂਦਾ ਹੈ ਨਾ। ਤੇ ਇੱਥੇ ਲਗਾ ਦਈਏ ਅਸੀਂ ਪੁਆਇੰਟ ਬਿਲਕੁਲ ਗੱਬੇ, ਔਰ ਉਸ ਪੁਆਇੰਟ ਦਾ ਨਾਮ ਕੀ ਰੱਖ ਦਈਏ ਸੀ। ਔਰ ਐਂਡ ਦੇ ਵਿੱਚ ਤੁਹਾਡੇ ਕੋਲੇ ਕੀ ਹੈ, ਡੀ ਪੁਆਇੰਟ, ਡੀ ਨੂੰ ਕੀ ਰਿਪਰੈਜ਼ੈਂਟ ਕਰਦਾ ਪਿਆ 5, ਜਾਂ 5 ਡੀ ਨੂੰ ਰਿਪਰੈਜ਼ੈਂਟ ਕਰਦਾ ਪਿਆ। ਆ ਲੋ ਜੀ ਇੱਥੇ ਲਗਾਤਾ ਅਸੀਂ ਡੀ ਪੁਆਇੰਟ। ਠੀਕ ਹੈ ਜੀ। 7ਵੇਂ ਕੁਐਸਚਨ ਦੇ ਆਓ ਜੀ। ਉਹ ਸੰਖਿਆ ਜੋ p ਬਟਾ q ਦੇ ਰੂਪ ਵਿੱਚ ਹੋਵੇ ਡੈਸ਼ ਅਤੇ q ਡੈਸ਼ ਸੰਖਿਆਵਾਂ ਹੋਣ ਜਿਸ ਵਿੱਚ q 0 ਨਾ ਹੋਵੇ ਭਿੰਨ ਕਿਹਾ ਜਾਂਦਾ ਹੈ। ਦੇਖੋ ਉਹਨੇ ਤੁਹਾਨੂੰ ਫ੍ਰੈਕਸ਼ਨ ਪੁੱਛਿਆ ਜਾਂ ਭਿੰਨ ਦੀ ਪਰਿਭਾਸ਼ਾ ਪੁੱਛੀ ਹੈ, तो p बटा q ਦੇ ਰੂਪ ਚ ਲਿਖੀ ਜਾ ਸਕਦੀ, ਠੀਕ ਹੈ। ਅਤੇ p ਅਤੇ q ਕੀ ਹੋਣੀਆਂ ਚਾਹੀਦੀਆਂ ਤੁਹਾਡੇ ਕੋਲੇ, ਪੂਰਨ ਸੰਖਿਆਵਾਂ ਹੋਣੀਆਂ ਚਾਹੀਦੀਆਂ ਜਿਸ ਵਿੱਚ q 0 ਨਾ ਹੋਵੇ। p ਤੇ q should be ਕੀ ਹੋਣੇ ਚਾਹੀਦੇ ਨੇ, they should be whole numbers such that q should not be equal to 0 is called a fraction। ਠੀਕ। ਅੱਛਾ ਹੁਣ ਜੇ ਮੈਂ ਇਹਦੇ ਫ੍ਰੈਕਸ਼ਨ ਦੀ ਥਾਂ ਤੇ ਤੁਹਾਡੇ ਕੋਲੇ ਪਰਮੇਰ ਸੰਖਿਆ ਹੈ ਨਾ, ਪਰਮੇਰ ਸੰਖਿਆ ਮਤਲਬ ਤੁਹਾਡੇ ਕੋਲੇ ਰੈਸ਼ਨਲ ਨੰਬਰ ਪੁੱਛਦੀ ਇਹਦੀ ਥਾਂ ਤੇ, ਤਾਂ ਉਸ ਟਾਈਮ ਤੇ ਤੁਸੀਂ ਇੱਥੇ ਕੀ ਲਿਖਣਾ ਸੀ, p ਅਤੇ q ਕੀ ਹੋਣੇ ਚਾਹੀਦੇ ਨੇ। ਇੱਥੇ ਕਿਹੜਾ ਵਰਡ ਆਣਾ ਸੀ ਉਦੋਂ, ਅਗਰ ਤੁਹਾਨੂੰ ਇਹੀ ਭਿੰਨ ਦੀ ਥਾਂ ਤੇ ਉਹਨੇ ਪਰਮੇਰ ਸੰਖਿਆ ਪੁੱਛੀ ਹੁੰਦੀ। ਠੀਕ ਹੈ, ਸੋਚੋ ਉਦੋਂ ਕੀ ਆਣਾ ਚਾਹੀਦਾ ਸੀ। ਉਹ ਵੀ ਕੁਐਸਚਨ ਆ ਸਕਦਾ ਹੈ ਤੁਹਾਨੂੰ। ਲਓ ਜੀ ਕੁਐਸਚਨ ਨੰਬਰ 8 ਵੇਖੋ। ਇੱਕ ਲੜਕਾ ਵਾਸਤਵਿਕ ਸੰਖਿਆ ਰੇਖਾ ਤੇ ਚੱਲ ਰਿਹਾ ਹੈ। ਠੀਕ ਹੈ ਜੀ, ਆ ਵਾਸਤਵਿਕ ਸੰਖਿਆ ਰੇਖਾ ਤੇ ਚੱਲ ਰਿਹਾ ਹੈ। ਉਸਦਾ ਪਿਛਲਾ ਪੈਰ ਦੱਸੋ ਜੀ ਕਿੱਥੇ ਹੈ। ਆ ਦੇਖੋ ਜੀ ਉਸਦਾ ਪਿਛਲਾ ਪੈਰ ਕਿੱਥੇ ਹੈ, ਉਸਦਾ ਪਿਛਲਾ ਪੈਰ ਹੈ ਇਜ਼ ਔਨ 0। ਠੀਕ ਹੈ ਜੀ, ਤੇ ਅਗਲਾ ਪੈਰ ਕਿੱਥੇ ਹੈ ਭਲਾ, 9/4 ਤੇ ਹੈ। ਠੀਕ ਹੈ ਜੀ, 9 ਕਿੱਥੇ ਹੈ 4 ਤੇ ਆ। ਉਸ ਤੋਂ ਬਾਅਦ ਅੱਗੇ ਹੈ ਤੁਹਾਡੇ ਕੋਲੇ 9th ਕੁਐਸਚਨ, ਕਹਿੰਦਾ √5 ਨੂੰ ਸੰਖਿਆ ਰੇਖਾ ਤੇ ਦਰਸਾਓ। तो ਇਹ ਵਾਲਾ ਕੁਐਸਚਨ ਤੁਹਾਡੇ ਅਸੀਂ 1.2 ਦੀ ਜਦੋਂ ਐਕਸਰਸਾਈਜ਼ ਕੀਤੀ ਸੀ ਉੱਥੇ ਪੂਰਾ ਕੰਸਟਰਕਸ਼ਨ ਕੀਤੀ ਸੀ ਨਾ ਇਹਦੀ। ਐਗਜ਼ੈਕਟਲੀ ਤੁਸੀਂ ਵੀ ਉਦਾਂ ਹੀ ਕੰਸਟਰਕਸ਼ਨ ਕਰਨੀ ਹੈ ਤੇ ਸਿੱਧਾ 2.236 ਨਹੀਂ ਲੱਭਣਾ ਸ਼ੁਰੂ ਕਰ ਦੇਣਾ। ਠੀਕ ਹੈ ਜੀ, ਪੂਰਾ ਕੰਸਟਰਕਟ ਕਰਕੇ ਕਰਨਾ। ਨੈਕਸਟ ਕੁਐਸਚਨ ਹੈ ਤੁਹਾਡੇ ਕੋਲੇ ਕੀ ਕਹਿੰਦਾ ਹੋਇਆ, 3 ਅਤੇ 4 ਦੇ ਵਿਚਕਾਰ 6 ਪਰਮੇੜ ਸੰਖਿਆਵਾਂ ਲਿਖੋ। ਠੀਕ ਹੈ ਜੀ, ਰੈਸ਼ਨਲ ਨੰਬਰ ਲਿਖਣੇ ਆ 3 ਐਂਡ 4 ਦੇ ਵਿੱਚ। ਦੇਖੋ ਜੀ ਜਿਹੜਾ ਫਰਸਟ ਰੈਸ਼ਨਲ ਨੰਬਰ ਆ ਉਹਨੂੰ ਕਿੱਦਾਂ ਲਿਖਾਂਗੇ, ਸਾਨੂੰ ਪਤਾ ਦੋਨੇ ਸੰਖਿਆਵਾਂ ਦਾ ਜੋੜ ਬਟੇ ਚ ਕਿੰਨਾ ਲਿਖ ਦਿੰਦੇ ਨੇ 2, ਕਿੰਨਾ ਆ ਗਿਆ 7/2। तो देखो अपनी सहूलियत वास्ते ਅਸੀਂ ਇੱਥੇ ਕੀ ਕਰ ਲਿਆ, 3 ਲਿਖ ਲਿਆ। ਠੀਕ ਹੈ ਜੀ, ਇੱਥੇ ਕਿੰਨਾ ਲਿਖ ਲਿਆ 4, ਉਹਨਾਂ ਦੇ ਗੱਬੇ ਇੱਕ ਸੰਖਿਆ ਲੱਭ ਲਈ ਕਿੰਨੀ 7/2। ਹੁਣ ਕੀ ਕਰੋ, 3 ਤੇ 7/2 ਦੇ ਵਿੱਚ ਲੱਭ ਲਓ। ਸੈਕਿੰਡ ਕਿੱਦਾਂ ਲੱਭਾਂਗੇ, ਉਹ ਕੀ ਹੋਊਗੀ 1/2 ਤਾਂ ਆਣੇ ਆਣਾ, ਫਿਰ 3 ਜਮਾ 7/2 ਹੈ ਨਾ। ਲਓ ਜੀ 1/2 ਬਾਹਰ ਪਿਆ ਹੋਇਆ, ਅੰਦਰ ਐਲਸੀਐਮ ਆ ਗਿਆ 2 2 3 6 6 ਜਮਾ 7 ਕਿੰਨਾ ਹੋ ਗਿਆ ਉੱਪਰ 7 ਜਮਾ 3 7 6 ਜਮਾ 7 13 ਬਟੇ ਚ 2 दूनी 4 ਕਿੰਨਾ ਆ ਗਿਆ 13/4। ਓਕੇ ਜੀ, ਮੈਂ 13/4 ਇੱਥੇ ਲਿਖਤਾ। ਠੀਕ ਹੈ, ਜੇ ਕੱਟ ਹੁੰਦੇ ਕੱਟ ਵੀ ਦੇਣੇ ਕਿਤੇ। ਹੁਣ ਕੀ ਕਰੋ, 3 ਤੇ 13/4 ਚ ਇੱਕ ਲੱਭ ਲਓ, ਫਿਰ 13/4 ਤੇ 7/2 ਚ ਲੱਭ ਲਓ, ਫਿਰ 7/2 ਤੇ 4 ਚ ਲੱਭ ਲਓ। ਜਿਹੜੀ ਸੰਖਿਆ ਆ ਜੂਗੀ ਉਹਨਾਂ ਦੇ ਵਿੱਚ ਵੀ ਲੱਭ ਲਓ, ਹੈ ਨਾ। ਤਾਂ ਹੋ ਗਈਆਂ ਤੁਹਾਡੇ ਕੋਲੇ 6 ਸੰਖਿਆਵਾਂ। ਇਸ ਤਰੀਕੇ ਨਾਲ ਕੀ ਕਰ ਸਕਦੇ ਹਾਂ ਅਸੀਂ, ਜਿੰਨੀਆਂ ਮਰਜ਼ੀ ਪਰਮੇੜ ਸੰਖਿਆਵਾਂ ਲੱਭ ਸਕਦੇ ਹਾਂ। 11ਵਾਂ ਕੁਐਸਚਨ ਆ ਜੀ। 11ਵੇਂ ਕੁਐਸਚਨ ਦੇ ਵਿੱਚ ਦੇਖੋ ਤੁਹਾਨੂੰ ਕੀ ਕਹਿੰਦਾ ਪਿਆ, ਹੱਲ ਕਰਨ ਨੂੰ ਕਹਿੰਦਾ ਪਿਆ। ਧਿਆਨ ਦੇਣਾ, ਦੇਖੋ 3 + √3 into 3 - √3। ਇਹ ਐਕਚੁਅਲ ਚ ਇਦਾਂ ਹੀ ਹੈ, a + b into a - b ਹੈ ਨਾ। ਕਿਹਦੇ ਬਰਾਬਰ ਹੁੰਦਾ, ਇਹ ਬਰਾਬਰ ਹੁੰਦਾ ਤੁਹਾਡੇ ਕੋਲੇ a² - b² ਦੇ। ਤਾਂ ਤੁਸੀਂ ਇਹਨੂੰ ਕੀ ਲਿਖਾਂਗੇ, 3 ਦਾ ਸਕੁਅਰ ਮਾਈਨਸ √3 ਦਾ ਸਕੁਅਰ। ਤੇ 3 ਦਾ ਸਕੁਅਰ ਕਿੰਨਾ ਹੁੰਦਾ 9 ਮਾਈਨਸ √3 ਦਾ ਸਕੁਅਰ ਕਿੰਨਾ ਹੁੰਦਾ 3। √3 ਗੁਣਾ √3 ਕਿਹਦੇ ਬਰਾਬਰ ਹੁੰਦਾ 3। ਠੀਕ ਹੈ ਜੀ, तो कितना आ गया ਤੁਹਾਡੇ ਕੋਲੇ 9 - 3 6 ਆਨਸਰ ਆ ਗਿਆ। ਠੀਕ, 12th ਕੁਐਸਚਨ ਤੇ ਆਓ ਹੱਲ ਕਰੋ। ਦੇਖੋ ਫਿਰ ਇਹ ਤੁਹਾਡਾ 8ਵਾਂ ਤੇ ਜਦੋਂ ਤੁਸੀਂ 8ਵੀਂ ਤੇ 7ਵੀਂ ਕਲਾਸ ਸੀਗੇ ਕੀਤੇ ਸੀਗੇ ਨਾ ਘਾਤ ਅੰਕ ਵਾਲੇ, ਤਾਂ ਦੇਖੋ ਦੋਨਾਂ ਦੇ ਆਧਾਰ ਬਰਾਬਰ 2 ਤੇ 2 ਹੈ ਨਾ, ਵਿੱਚ ਕਿਹੜਾ ਨਿਸ਼ਾਨ ਗੁਣਾ ਦਾ ਕੀ ਹੋਊਗਾ, ਜਿਹੜੀਆਂ ਘਾਤਾਂ ਹੈਗੀਆਂ ਘਾਤਾਂ ਨੂੰ ਕੀ ਕਰ ਦਾਂਗੇ ਅਸੀਂ ਜਮਾ ਕਰ ਦਾਂਗੇ। ਲਓ ਤੁਹਾਡੇ ਕੋਲੇ 2 ਆ ਗਿਆ, ਉੱਪਰ ਕੀ ਬਣ ਗਿਆ, ਇਹਨਾਂ ਦੋਨਾਂ ਦਾ ਐਲਸੀਐਮ ਕਿੰਨਾ ਆ ਗਿਆ 15। ਇੱਥੇ ਕਿੰਨੇ ਆ ਗਏ 10, 5 दूनी 10, इधर कितना आ गया 13। फाइनली आंसर कितना आ गया 2 ਦੀ ਘਾਤ ਕਿੰਨਾ 13/15। ਠੀਕ ਹੈ ਜੀ, ਇਹ ਆਂਸਰ ਆ ਗਿਆ। ਅੱਗੇ ਆ ਜਾਓ ਜੀ, ਇਹ ਵਾਲਾ 2 ਦੀ ਘਾਤ 2/3 into 1/5। ਇਹ ਇਦਾਂ ਹੀ ਹੋ ਗਿਆ x ਦੀ ਘਾਤ m into x ਦੀ ਘਾਤ n ਕਿਹਦੇ ਬਰਾਬਰ ਹੁੰਦਾ x ਦੀ ਘਾਤ m ਗੁਣਾ n ਹੈ ਨਾ। ਤਾਂ ਇਹਦਾ ਮਤਲਬ ਜਦੋਂ ਇੱਕ ਘਾਤ ਅੰਦਰ ਇੱਕ ਘਾਤ ਬਾਹਰ ਹੋਵੇ ਕੀ ਕਰ ਦਿੰਦੇ ਹਾਂ ਅਸੀਂ, ਘਾਤਾਂ ਨੂੰ ਗੁਣਾ 2/3 ਗੁਣਾ 1/5। ਕੁਝ ਕੱਟਿਆ ਵੱਡਿਆ ਤਾਂ ਨਹੀਂ ਜਾਂਦਾ ਪਿਆ, ਨਹੀਂ। ਆਨਸਰ ਕਿੰਨਾ ਆ ਗਿਆ 2 ਦੀ ਘਾਤ 2/15। ਇਹ ਤੁਹਾਡੇ ਕੋਲੇ ਕੀ ਆ ਗਿਆ, ਇਹਦਾ ਆਨਸਰ ਆ ਗਿਆ। ਨੈਕਸਟ ਆ ਜਾਓ ਜੀ, ਨੈਕਸਟ ਹੈ ਤੁਹਾਡੇ ਕੋਲੇ ਕੁਐਸਚਨ ਨੰਬਰ 13। ਠੀਕ ਹੈ ਜੀ, ਕੀ ਕਹਿੰਦਾ ਪਿਆ, ਕਹਿੰਦਾ ਪਿਆ 2/11 ਦਾ ਕੀ ਲਿਖੋ, ਦਸ਼ਮਲਵ ਰੂਪ ਲਿਖੋ। ਤੇ ਤੁਸੀਂ 2 ਨੂੰ 11 ਦੇ ਨਾਲ ਭਾਗ ਕਰੋ ਫਟਾਫਟ। ਠੀਕ ਹੈ, ਤੁਹਾਡੀ ਬੁੱਕ ਦਾ ਵੀ ਹੈਗਾ ਨਾ ਇਹ ਕੁਐਸਚਨ, 2 ਭਾਗ 11
ठीक जो तुम 2 ਨੂੰ 11 ਦੇ ਨਾਲ ਭਾਗ ਕਰੋਗੇ ठीक आ अपना साइड ਤੇ रफ साइड ਤੇ ਇਹਦਾ ਕਰਕੇ ਦੇਖਣਾ ਤੁਹਾਡੇ ਕੋਲੇ ਆਨਸਰ ਕਿੰਨਾ ਆਉਂਦਾ ਪਿਆ ਤੁਹਾਡੇ ਕੋਲੇ ਆਨਸਰ ਆਉਂਦਾ ਪਿਆ 0.181818 ਚੱਲੀ ਜਾ ਰਿਹਾ तो 0.18 ਦੇ ਉੱਤੇ ਇਦਾਂ ਲਿਖ ਦਵਾਂ है ना तो ਇਹ ਇਹਦਾ ਦਸ਼ਮਲਵ ਰੂਪ ਹੈ ठीक है जी ਕੀ ਹੈਗਾ ਤੁਹਾਡੇ ਕੋਲੇ नॉन टर्मिनेटिंग है खत्म नहीं ਹੁੰਦਾ ਪਿਆ प्लस रीअकरिंग है ठीक है जी नॉन टर्मिनेटिंग एंड रीअकरिंग है राइट लो जी नेक्स्ट आ जाओ जी नेक्स्ट है ਤੁਹਾਡੇ ਕੋਲੇ क्वेश्चन नंबर 14 जी बहुत इंपॉर्टेंट क्वेश्चन आया है ठीक है ਇਹਦੇ ਨਾਲ ਦੇ ਬਹੁਤ ਸਾਰੇ क्वेश्चन ਪੁੱਛ ਸਕਦੇ ਆ ਤੁਹਾਨੂੰ ਦੇਖੋ ਕੀ ਕਹਿੰਦਾ ਪਿਆ ਇੱਕ ਪਰਮੇੜ ਸੰਖਿਆ ਅਤੇ ਅਪਰਮੇੜ ਸੰਖਿਆ ਦਾ ਗੁਣਨਫਲ ਕੀ ਹੁੰਦਾ ਹੈ ਠੀਕ ਆ ਦੇਖੋ ਜਦੋਂ ਵੀ ਤੁਸੀਂ ਇੱਕ ਪਰਮੇੜ ਸੰਖਿਆ ਹੁਣ ਮੈਂ ਪਰਮੇੜ ਸੰਖਿਆ ਮਤਲਬ ਰੈਸ਼ਨਲ ਨੰਬਰ ਲੈਂਦੀ ਵੀ 2 ਤੁਸੀਂ ਕਹੋਗੇ 2 ਕਿਦਾ ਰੈਸ਼ਨਲ ਨੰਬਰ 2 ਨੂੰ 2/1 ਦੀ ਫਾਰਮ ਚ ਲਿਖਤਾ p/q ਦੀ ਫਾਰਮ ਚ ਲਿਖ ਦਿੱਤਾ ਜਿਸ ਵਿੱਚ q ਨਹੀਂ 0 2 ਬਣ ਗਿਆ ਰੈਸ਼ਨਲ ਨੰਬਰ ਜਦੋਂ ਅਸੀਂ ਇਹਨੂੰ ਗੁਣਾ ਕਰਦੇ ਹਾਂ ਸਪੋਜ਼ ਕਰ ਲਓ ਗੁਣਾ ਕਰਦੇ ਪਏ ਆ √3 ਦੇ ਨਾਲ ਠੀਕ ਆ ਮਤਲਬ 2 ਗੁਣਾ 1.7320 508070 ऑन चलता जा रहा है √3 ਦੀ ਵੈਲਿਊ ਹੈ ਜੋ ਤੁਸੀਂ ਇਹਨੂੰ ਮਲਟੀਪਲਾਈ ਕਰੋਗੇ ਆਨਸਰ ਆਂਦਾ ਪਿਆ 3.464101614 ਸੋ ਔਨ तो ਇਹ ਵੀ ਮੁੜ ਕੇ ਤੁਹਾਡੇ ਕੋਲੇ ਦੇਖੋ ਕੀ ਆ ਗਿਆ ਹੁਣ ਜਿਹੜੀਆਂ ਅਪਰਮੇੜ ਸੰਖਿਆਵਾਂ ਹੁੰਦੀਆਂ ਨੇ ਠੀਕ ਹੈ ਜੀ ਧਿਆਨ ਦੇਣਾ ਦੇਖੋ ਉਹਨਾਂ ਦੇ ਦਸ਼ਮਲਵ ਕੀ ਹੁੰਦੇ ਨੇ ਚਲਦੇ ਜਾਂਦੇ ਨੇ ਕਦੀ ਖਤਮ ਨਹੀਂ ਹੁੰਦੇ ਤੇ ਕਦੀ ਰਿਪੀਟ ਨਹੀਂ ਹੁੰਦੇ ਇਹੀ ਕੁਝ ਹੁੰਦਾ ਹੈ ਨਾ तो ਇੱਕ ਪਰਮੇੜ ਸੰਖਿਆ ਨੂੰ ਜਦੋਂ ਇੱਕ ਪਰਮੇੜ ਸੰਖਿਆ ਨੂੰ ਜਦੋਂ ਇੱਕ ਅਪਰਮੇੜ ਸੰਖਿਆ ਦੇ ਨਾਲ ਗੁਣਾ ਕਰਦੇ ਆ ਤੇ ਤੁਹਾਡੇ ਕੋਲੇ ਕੀ ਆਂਦਾ ਹੈ ਹਮੇਸ਼ਾ ਅਪਰਮੇੜ ਸੰਖਿਆ ਹੀ ਆਂਦੀ ਹੈ ਹਮੇਸ਼ਾ ਤੁਹਾਡੇ ਕੋਲੇ ਇਰੈਸ਼ਨਲ ਨੰਬਰ ਹੀ ਆਂਦਾ ਹੈ ठीक है जी मैं ਤੁਹਾਨੂੰ एग्जांपल ਦੇ ਕੇ ਵੀ ਦੱਸ ਦਿੱਤਾ ਠੀਕ ਅੱਛਾ ਤੇ ਜਦੋਂ ਹੁਣ ਧਿਆਨ ਦੇਣਾ ਸੁਣੋ ਜਦੋਂ ਤੁਸੀਂ ਕੀ ਕਰੋਗੇ ਇੱਕ ਪਰਮੇੜ ਸੰਖਿਆ ਨੂੰ ਅਪਰਮੇੜ ਸੰਖਿਆ ਦੇ ਨਾਲ ਕੀ ਕਰੋਗੇ ਭਾਗ ਕਰੋਗੇ ਉਸ ਟਾਈਮ ਤੇ ਕੀ ਆਊਗਾ ਆਨਸਰ ਤੁਹਾਡੇ ਕੋਲੇ ਪਰਮੇੜ ਆਊਗਾ ਕਿ ਅਪਰਮੇੜ ਆਊਗਾ ਹੁਣ ਇਹ ਕੁਐਸਚਨ ਮੇਰੇ ਵੱਲੋਂ ਆ ਤੁਹਾਨੂੰ ਠੀਕ ਹੈ ਜੀ ਇਹਦਾ ਜ਼ਰੂਰ ਆਨਸਰ ਕਰਿਓ 15ਵੇਂ ਸਵਾਲ ਤੇ ਆ ਜਾਓ ਜੀ ਕਹਿੰਦਾ ਵਾ ਹੇਠ ਲਿਖਿਆਂ ਦਾ ਗੁਣਨਫਲ ਪਤਾ ਕਰੋ ਓਕੇ ਮਤਲਬ 3 ਗੁਣਾ 4 गुणा 12 ठीक है अच्छा हूं देखो 3 चौके 12 12 बारिया 144 गुणा √3 गुणा √3 3 गुणा 243 कितना बनता 3 3 9 3 27 3 81 3 3 9 3 27 3 81 3 243 ਹੁਣ ਇਹਦੇ ਵਿੱਚੋਂ ਦੇਖੋ ਇਹ ਬਾਹਰ ਨਿਕਲ ਗਿਆ ਇਹ ਵੀ ਬਾਹਰ ਨਿਕਲ ਗਿਆ ਫੇਰ ਚੈੱਕ ਕਰ ਲਓ 3 3 9 3 27 3 81 3 243 तो ਕੀ ਕੀਤਾ ਤੁਸੀਂ 144 ਨੂੰ ਰਹਿਣ ਦਿਓ ਠੀਕ ਹੈ ਜੀ ਔਰ ਇੱਥੇ ਕੀ ਹੈ ਤੁਹਾਡੇ ਕੋਲੇ ਫਰਦਰ 3 ਆ ਵੀ 3 ਬਾਹਰ ਆ ਗਿਆ ਵੀ 3 ਬਾਹਰ ਆਇਆ 3 3 9 ਦੀ 27 ਗੁਣਾ √3 ਠੀਕ ਹੈ ਜੀ ਤਾਂ ਫਰਦਰ ਹੁਣ ਤੁਹਾਡੇ ਕੋਲੇ ਕੀ ਰਹਿ ਗਿਆ ਸਿਰਫ 144 ਨੂੰ ਮਲਟੀਪਲਾਈ ਕਰਨਾ ਤੁਸੀਂ ਕਿਹਦੇ ਨਾਲ 27 ਦੇ ਨਾਲ ਕਰੋ ਫਟਾਫਟ ਜਦੋਂ ਤੁਸੀਂ ਇਹਨੂੰ ਗੁਣਾ ਕਰੋਗੇ ਤਾਂ ਆਨਸਰ ਆਊਗਾ 3888 ਨਾਲੇ ਨਾਲ ਕਿੰਨਾ ਆ ਗਿਆ √3 ओके जी क्वेश्चन नंबर 16 देखो हेठ लिखियां दे हरां दा प्रमेयकरण करो ठीक है रैशनलाइज द डिनोमिनेटर्स ऑफ द फॉलोइंग तो रैशनलाइजेशन दा जेड़ा हुणे तुहाडा रिवीजन टेस्ट होया पास दा ਉਹਦੇ ਚ ਵੀ क्वेश्चन आया सी है ना तो रैशनलाइज ਕਰਨ ਦਾ ਰੂਲ ਬਹੁਤ ਸਿੰਪਲ ਆ ਕੀ ਕਰੀਦਾ ਹੁੰਦਾ ਹਰ ਨੂੰ ਦੇਖੋ ਦੁਬਾਰਾ ਲਿਖੋ ਪਰ ਲਿਖਣ ਦੇ ਟਾਈਮ ਕੀ ਕਰਨਾ ਆ ਜਿਹੜਾ ਨਿਸ਼ਾਨ ਹੈ ਨਾ ਇਹ ਤੋਂ ਉਲਟਾ ਪਾ ਦੇਣਾ ਉਲਟਾ ਮਾਈਨਸ ਦਾ ਕੀ ਹੁੰਦਾ ਪਲੱਸ ਪਲੱਸ ਦਾ ਕੀ ਹੁੰਦਾ ਮਾਈਨਸ ਤੇ ਜੋ ਰਕਮ ਉੱਪਰ ਲਿਖੀ ਉਹਨੂੰ ਫੇਰ ਥੱਲੇ ਲਿਖੋ ਹੁਣੇ ਕੀ ਹੋ ਗਿਆ ਪ੍ਰਮੇਯੀਕਰਨ ਰੈਸ਼ਨਲਾਈਜੇਸ਼ਨ 1 ਗੁਣਾ √7 ਜਮਾ 1 ਗੁਣਾ √6 ਬਟੇ ਦੇ ਵਿੱਚ ਆ ਜਾਓ a minus b into a plus b ਕੀ ਹੋ ਜਾਊਗਾ a ਦਾ ਸਕੁਅਰ ਮਾਈਨਸ b ਦਾ ਸਕੁਅਰ ਹੈ ਨਾ तो कितना आ गया ਤੁਹਾਡੇ ਕੋਲੇ √7 ਮਾਈਨਸ ਪਲੱਸ √6 ਬਟੇ ਦੇ ਵਿੱਚ 7 ਮਾਈਨਸ 6 √7 ਦਾ ਸਕੁਅਰ 7 √6 ਦਾ ਸਕੁਅਰ 6 कितना आ गया √7 प्लस √6 बटे कितना आ गया एक फाइनली आंसर कितना आ गया √7 जमा √6 ठीक है जी ਇਹਦਾ ਪ੍ਰਮੇਯੀਕਰਨ ਕਰੋ ਕੀ ਕਰੋਗੇ ਤੁਸੀਂ √5 ਫਿਰ ਨਿਸ਼ਾਨ ਉਲਟਾ ਫਿਰ √2 ਹੇਠਾਂ ਵੀ √5 ਮਾਈਨਸ √2 ਮਲਟੀਪਲਾਈ ਕਰੋ ਕਿੰਨਾ ਆ ਗਿਆ √5 ਮਾਈਨਸ √2 ਬਟੇ ਦੇ ਵਿੱਚ ਕਿੰਨਾ ਆ ਗਿਆ ਜੀ ਦੇਖੋ ਜੀ √5 ਦਾ ਸਕੁਅਰ ਮਾਈਨਸ √2 ਦਾ ਸਕੁਅਰ ਹੈ ਨਾ ਲਓ ਜੀ ਕਿੰਨਾ ਬਣ ਗਿਆ ਉੱਪਰ √5 ਮਾਈਨਸ √2 ਬਟੇ ਦੇ ਵਿੱਚ 5 माइनस 2
कितना आ गया फाइनली √5 माइनस √2 बटे ਦੇ ਵਿੱਚ ਕਿੰਨਾ ਆ ਗਿਆ ਤੁਹਾਡੇ ਕੋਲੇ 3 ਰਾਈਟ ਨੈਕਸਟ ਆ ਜੂਦੀ ਕੁਐਸਚਨ ਨੰਬਰ 17 ਲਓ ਜੀ 17 ਕੁਐਸਚਨ ਦੇ ਵਿੱਚ ਤੁਹਾਨੂੰ ਕੀ ਕਹਿੰਦਾ ਪਿਆ 8 ਬਟਾ 8 √15 ਨੂੰ 2 √3 ਦੇ ਨਾਲ ਭਾਗ ਕਰੋ 8 √15 ਬਟੇ ਦੇ ਵਿੱਚ ਕੀ ਹੈ ਤੁਹਾਡੇ ਕੋਲੇ 2 √3 ਠੀਕ ਹੈ ਜੀ ਲਓ ਜੀ ਪਹਿਲਾਂ ਤੁਸੀਂ ਕੀ ਕਰੋ ਕਿ ਆ 2 ਦੇ ਨਾਲ 8 ਕੱਟ ਦੋ ਕਿੰਨਾ ਆ ਗਿਆ 4 ਫਾਈਨਲੀ ਆ ਗਿਆ ਤੁਹਾਡੇ ਕੋਲੇ 4 ਇਹ ਵੀ ਅੰਡਰਰੂਟ ਸਾਂਝਾ ਕਰਦਾ ਅੰਡਰਰੂਟ ਕਿੰਨਾ ਆ ਗਿਆ 15 ਬਟਾ 3 ਦੋਨੋਂ ਅੰਡਰਰੂਟ ਦੇ ਹੇਠਾਂ ਆ ਗਏ 3 ਏਕਮ 3 3 5 15 ਕਿੰਨਾ ਆ ਗਿਆ ਤੁਹਾਡੇ ਕੋਲੇ 4 √5 ਆਨਸਰ ਆ ਗਿਆ ਹੈ ਠੀਕ ਹੈ ਜੀ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 18 ਕੁਐਸਚਨ ਨੰਬਰ 18 ਦੇ ਵਿੱਚ ਦੇਖੋ ਤੁਹਾਨੂੰ ਕੀ ਕਹਿੰਦਾ ਪਿਆ ਤੁਹਾਨੂੰ ਦੋ ਸੰਖਿਆਵਾਂ ਦਿੱਤੀਆਂ ਨੇ ਠੀਕ ਆ ਤੁਸੀਂ ਉਹਨਾਂ ਦੇ ਵਿੱਚ ਕੀ ਲੱਭਣਾ ਉਹਨਾਂ ਦੇ ਵਿੱਚ ਹੋਰ ਅਪਰਮੇਯ ਸੰਖਿਆਵਾਂ ਲੱਭਣੀਆਂ ਨੇ ਉਹਨਾਂ ਦੇ ਵਿੱਚ ਇਰੈਸ਼ਨਲ ਨੰਬਰ ਲੱਭਣੇ ਨੇ ਲਓ ਪਹਿਲਾਂ ਅਸੀਂ ਕੀ ਕਰਦੇ ਆ ਇਸ ਕੁਐਸਚਨ ਨੂੰ ਕਰਨ ਵਾਸਤੇ ਪਹਿਲਾਂ ਅਸੀਂ ਕੀ ਕਰਾਂਗੇ ਦੇਖੋ ਜੀ ਤੁਹਾਡੇ ਕੋਲੇ ਜਿਹੜਾ ਪਹਿਲਾ ਨੰਬਰ ਹੈ ਉਹ ਹੈਗਾ 5/7 ਜੋ ਕਿ ਇੱਕ ਪਰਮੇਯ ਸੰਖਿਆ ਹੈ ਠੀਕ ਹੈ ਇਹਦਾ ਕੀ ਕਰੋ ਇਹਨੂੰ ਤੁਸੀਂ ਭਾਗ ਕਰ ਲਓ ਦਸ਼ਮਲਵ ਚ ਕੱਢ ਲਓ ਕਿੰਨਾ ਆਉਂਦਾ ਪਿਆ ਤੁਸੀਂ ਚੈੱਕ ਕਰੋਗੇ ਇਹਦਾ ਦਸ਼ਮਲਵ ਆਉਂਦਾ ਪਿਆ 0.71428 ਤੇ ਫਿਰ ਮੁੜ ਕੇ 71428 ਮਤਲਬ ਰਿਪੀਟ ਹੋ ਰਿਹਾ ਰੀਅਕਰ ਕਰ ਰਿਹਾ ਠੀਕ ਹੈ ਸਿਮਿਲਰਲੀ 9/11 ਠੀਕ ਹੈ ਇਹਨੂੰ ਵੀ ਭਾਗ ਕਰ ਲਓ ਇਹ ਵੀ ਪਰਮੇਯ ਸੰਖਿਆ ਇਹਨੂੰ ਵੀ ਭਾਗ ਕਰ ਲਓ ਇਹਦਾ ਆਨਸਰ ਆਉਂਦਾ ਪਿਆ 0.81818181 ਚਲੀ ਜਾ ਰਿਹਾ ਨਾਨ ਟਰਮੀਨੇਟਿੰਗ ਪਰ ਰਿਪੀਟਿੰਗ ਰੀਅਕਰਿੰਗ ਠੀਕ ਹੈ ਜੀ ਵਾਰੀ-ਵਾਰੀ ਆ ਰਿਹਾ ਤੋ ਹੁਣ ਅਸੀਂ ਕੀ ਕਰਨਾ ਇਹਨਾਂ ਦੇ ਵਿੱਚ ਕੀ ਲੱਭਣੀਆਂ ਅਪਰਮੇਯ ਸੰਖਿਆਵਾਂ ਲੱਭਣੀਆਂ ਹੈਨਾ ਹੁਣ ਅਪਰਮੇਯ ਸੰਖਿਆਵਾਂ ਇਹਨਾਂ ਤੋਂ ਕਿੱਦਾਂ ਅਲੱਗ ਹੋਣਗੀਆਂ ਇਹਨਾਂ ਦੋਨਾਂ ਦੇ ਗੱਬੇ ਲੱਭਣੀਆਂ ਠੀਕ ਆ ਪਰ ਹੋਣੀਆਂ ਕਿੱਦਾਂ ਦੀਆਂ ਚਾਹੀਦੀਆਂ ਉਹ ਰਿਪੀਟ ਨਹੀਂ ਕਰਦੀਆਂ ਹੋਣੀਆਂ ਚਾਹੀਦੀਆਂ ਨਾਨ ਟਰਮੀਨੇਟਿੰਗ ਮੀਨਸ ਚਲਦੀਆਂ ਹੋਣੀਆਂ ਚਾਹੀਦੀਆਂ ਪਰ ਰਿਪੀਟ ਨਹੀਂ ਕਰਦੀਆਂ ਹੋਣੀਆਂ ਚਾਹੀਦੀਆਂ ਇੱਥੋਂ ਸਾਨੂੰ ਹਿੰਟ ਮਿਲ ਗਿਆ ਅਸੀਂ ਕੀ ਲਿਖ ਸਕਦੇ ਹਾਂ 0.7 ਫਿਰ ਕੀ ਲਿਖਾਂ ਇੱਥੇ 7 ਤੋਂ ਬਾਅਦ ਮੈਂ ਲਿਖ ਸਕਦੇ ਹਾਂ 0.7 ਚੂਜ਼ ਕਰ ਲਿਆ ਲਓ ਜੀ ਤੋ ਅਸੀਂ ਸਾਨੂੰ ਇਧਰੋਂ ਹਿੰਟ ਮਿਲ ਗਿਆ ਅਸੀਂ ਕੀ ਲਿਖ ਸਕਦੇ ਹਾਂ ਪਹਿਲੀ ਜਿਹੜੀ ਅਪਰਮੇਯ ਸੰਖਿਆ ਚੂਜ਼ ਕਰਨੀ ਉਹਨੂੰ ਅਸੀਂ ਕੀ ਲਿਖਾਂ 0.7 फिर मैं की लिखा अपने को सपोज कर लो मैं लिख लिया 3 0 फिर मैं की लिखा देखियो 7 3 0 फिर मैं की लिखा 7 3 1 2 3 फिर 7 3 1 2 3 4 zeros एंड सो ऑन देखो चलता जा रहा कभी खत्म नहीं होगा ते नाल दी नाल कुछ रिपीट भी नहीं हो रहा है ना पहले इत्थे 1 0 सी फिर 2 0 फिर 3 0 फिर इदां अगला ਅਸੀਂ ਕੀ ਲਿਖ ਸਕਦੇ ਹਾਂ ਅਸੀਂ ਕਿਹਦੇ ਵਿੱਚ ਰਹਿਣਾ 0.7 ਤੇ 0.8 ਦੇ ਵਿੱਚ ਰਹਿਣਾ ਹੁਣ ਅਗਲਾ ਮੈਂ ਕੀ ਲਿਖਾਂ 0.750 ਫਿਰ ਅੱਗੇ ਕੀ ਲਿਖਾਂ 7500 ਫਿਰ ਕੀ ਲਿਖਾਂ 7530 ਫਿਰ 75 ਕਿੰਨੀਆਂ 1 2 3 4 ਐਂਡ ਸੋ ਔਨ ਹੋਰ ਕੀ ਲਿਖ ਸਕਦੀ ਹਾਂ 0.7 607 60076 3 times 0 7 6 4 times 0 एंड सो ऑन इदा करके लिख सकती है ना तो ये आ गई ਤੁਹਾਡੇ ਕੋਲੇ ਕਿ ਦੋ ਪਰਮੇਯ ਸੰਖਿਆਵਾਂ ਦੇ ਵਿੱਚ ਅਪਰਮੇਯ ਸੰਖਿਆਵਾਂ ਪਹਿਲਾਂ ਤੁਸੀਂ ਦਿੱਤੀਆਂ ਹੋਈਆਂ ਪਰਮੇਯ ਸੰਖਿਆਵਾਂ ਦਾ ਦਸ਼ਮਲਵ ਰੂਪ ਕੱਢ ਲਓ ਤੁਸੀਂ ਚੈੱਕ ਕਰੋਗੇ ਕਿ ਉਹ ਕਦੀ ਖਤਮ ਨਹੀਂ ਹੋਣ ਵਾਲਾ ਤੇ ਨਾਲ ਦੀ ਨਾਲ ਰਿਪੀਟਿੰਗ ਹੈ ਰੀਅਕਰਿੰਗ ਹੈ ਦੁਬਾਰਾ ਆ ਰਿਹਾ ਪਰ ਜਿਹੜੀਆਂ ਅਪਰਮੇਯ ਸੰਖਿਆਵਾਂ ਉਹਨਾਂ ਦਾ ਦਸ਼ਮਲਵ ਰੂਪ ਕਿਦਾਂ ਨਾ ਹੁੰਦਾ ਉਹ ਵੀ ਨਾਨ ਟਰਮੀਨੇਟਿੰਗ ਮੀਨਸ ਕਦੇ ਨਾ ਖਤਮ ਹੋਣ ਵਾਲਾ ਹੁੰਦਾ ਹੈ ਪਲੱਸ ਨਾਲ ਦੀ ਨਾਲ ਉਹ ਕਦੀ ਵੀ ਰਿਪੀਟ ਨਹੀਂ ਹੁੰਦਾ ਠੀਕ ਹੈ ਜੀ ਅੱਗੇ ਆ ਜਾਓ ਜੀ 9th ਕੁਐਸਚਨ ਦੇਖੋ ਜੀ 9th ਕੁਐਸਚਨ ਦੇ ਵਿੱਚ ਤੁਹਾਨੂੰ ਕੀ ਕਹਿੰਦਾ ਪਿਆ ਤੁਸੀਂ ਕੋਈ ਅਜਿਹੀਆਂ ਤਿੰਨ ਸੰਖਿਆਵਾਂ ਲਿਖੋ ਜਿਨ੍ਹਾਂ ਦੇ ਦਸ਼ਮਲਵ ਵਿਸਥਾਰ ਦੇਖੋ ਕਿਦਾਂ ਨੇ ਅਸ਼ਾਂਤ ਤੇ ਅਣਆਵਰਤੀ ਹੋਣ ਅਸ਼ਾਂਤ ਹੋਣ ਮਤਲਬ ਚਲਦੇ ਪਏ ਹੋਣ ਅਣਆਵਰਤੀ ਮਤਲਬ ਕੁਝ ਵੀ ਚੀਜ਼ ਰਿਪੀਟ ਨਾ ਹੁੰਦੀ ਹੋਵੇ ਤਾਂ ਮੈਂ √2 ਲੈ ਲਾਂ ਜਿੰਨੀਆਂ ਵੀ ਅਪਰਮੇਯ ਸੰਖਿਆਵਾਂ ਨੇ ਠੀਕ ਹੈ ਜੀ ਇਹ ਉਹਨਾਂ ਦੀ ਗੱਲ ਕਰਦਾ ਹੋਇਆ ਉਹਨਾਂ ਦੇ ਵਿੱਚੋਂ ਕੋਈ ਵੀ ਚੱਕ ਲਓ √2 ਚੱਕ ਲਓ √2 ਦਾ ਵੈਲਿਊ ਕਿੰਨੀ ਹੁੰਦੀ ਹੈ 1.414 एंड सो ऑन चलती भी है कोई भी वैल्यू रिपीट नहीं होती दशमलव तो बाद कोई भी वैल्यू रिपीट नहीं होती √3 कितनी होती है 1.732050807 ये मैंने इत्थे तक याद आ ठीक है ये भी चलती भी है कभी भी खत्म नहीं होती ते कभी रिपीट नहीं होती अशांत है ते अणआवर्ती है √5 भी लिख सकते हो तुसी है ना √5 की वैल्यू होती है 2.23
60679 आई थिंक 77 ਹੁੰਦਾ ਹੈ। ਠੀਕ ਹੈ, ਤੋ ਦੇਖੋ ਇਹ ਸਾਰੀਆਂ ਕਿਹਨਾਂ ਦੀ ਐਗਜ਼ਾਮਪਲ ਆ, ਅਪਰਮੇਯ ਸੰਖਿਆਵਾਂ। ਹੁਣ ਜੇ ਤੁਹਾਨੂੰ ਅਪਰਮੇਯ ਸੰਖਿਆਵਾਂ ਦਾ ਦਸ਼ਮਲਵ ਰੂਪ ਪਤਾ ਹੈ ਤਾਂ ਤੁਸੀਂ ਬੜੇ ਆਸਾਨੀ ਦੇ ਨਾਲ ਇਹਨਾਂ ਨੂੰ ਕਰ ਸਕਦੇ ਹੋ। ਠੀਕ ਹੈ, ਤੋ ਇਹ ਸੀ ਤੁਹਾਡੇ ਕੋਲੇ ਵਰਕਸ਼ੀਟ ਨੰਬਰ